ਸਾਡੇ ਨਾਲ ਕਿਸਾਨ ਆਗੂ ਹਰਿੰਦਰ ਲੱਖੋਵਾਲ ਜੁੜੇ ਹੋਏ। ਲੱਖੋਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਹਾਡਾ ਪ੍ਰਤੀਕਰਮ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਵਾਰ-ਵਾਰ ਜ਼ਿਕਰ ਹੁੰਦਾ ਹੈ ਪ੍ਰਦੂਸ਼ਣ ਦਾ ਤੇ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਕਿਸਾਨ ਜ਼ਿੰਮੇਵਾਰ ਨੇ, ਪਰ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ ਕਿ ਸਿਰਫ ਕਿਸਾਨ ਹੀ ਇਸ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਨਹੀਂ ਨੇ। ਤੁਹਾਡਾ ਕੀ ਹੈ ਪਹਿਲਾ ਪ੍ਰਤੀਕਰਮ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ? किसान ने इहदे लई कोई जिम्मेवार नहीं, क्योंकि जे पोल्यूशन भी हुंदा तां असीं खेतां 'च रहिंदे हां, खेत पिंडां 'च बैठे हां, तां पोल्यूशन साडे बच्चिआं तां साडे तक सारिआं नूं पहिलां जिहड़ा धुआं पहुंचदा ਉਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ। ਅਸੀਂ ਬਾਰ-ਬਾਰ ਸਰਕਾਰਾਂ ਨੂੰ ਇਹ ਬੇਨਤੀਆਂ ਕਰ ਚੁੱਕੇ ਹਾਂ ਵੀ ਸਾਨੂੰ ਸਿੱਧੀ ਸਬਸਿਡੀ ਦੇ ਦਿਓ, ਕਿਉਂਕਿ ਪਰਾਲੀ ਲਈ ਜਿਹੜਾ ਸਾਡੇ ਕੋਲ ਜਿਹੜੇ ਇੰਪਲੀਮੈਂਟ ਨੇ ਉਹ ਸਾਡੇ ਕੋਲ ਹੈ ਨਹੀਂ। ਪਰ ਸੈਂਟਰ ਸਰਕਾਰ ਵੀ ਜਾਣ ਬੁੱਝ ਕੇ ਮਸ਼ੀਨਰੀ ਆ ਲੈ ਲਓ, ਤੁਹਾਨੂੰ ਆ ਮਸ਼ੀਨਰੀ ਹੈਪੀ ਸੀਡਰ ਦਿੰਦੇ ਆ, ਤੁਹਾਨੂੰ ਰੋਟਾਵੇਟਰ ਦਿੰਦੇ ਆ, ਜਿਹੜੀਆਂ ਮਸ਼ੀਨਰੀਆਂ ਸਾਨੂੰ ਇਹ ਸਬਸਿਡੀ ਤੇ ਵੀ ਦਿੰਦੇ ਆ। ਉਹ ਪਹਿਲਾਂ ਤਾਂ ਜਿਹੜੀਆਂ ਕੰਪਨੀਆਂ ਹੀ ਰਲ ਜਾਂਦੀਆਂ ਨੇ ਉਹ ਰੇਟ ਇੰਨਾ ਵਧਾ ਦਿੰਦੀਆਂ ਨੇ, ਉਹ ਕੋਈ ਬਹੁਤਾ ਲੰਮਾ ਚੌੜਾ ਫਰਕ ਨਹੀਂ ਪੈਂਦਾ। ਜੇ 50-60% ਸਬਸਿਡੀ ਆ ਤਾਂ ਸਾਨੂੰ 10-15-20% ਦਾ ਹੀ ਫਾਇਦਾ ਹੁੰਦਾ। ਦੂਸਰਾ ਜਿਹੜੀ ਮਾਲਕੀ ਵਾਲੀ ਜ਼ਮੀਨ ਆ ਪੰਜਾਬ ਦੇ ਵਿੱਚ, ਉਹ 60-70% ਕਿਸਾਨਾਂ ਕੋਲ 2.5 ਏਕੜ ਤੋਂ ਥੱਲੇ ਵਾਲੀ ਮਾਲਕੀ ਦੇ ਕਿਸਾਨ ਨੇ, ਛੋਟੇ ਕਿਸਾਨ ਨੇ। ਉਹ ਜਿਹੜੇ ਇਹ ਮਸ਼ੀਨਰੀ ਵੀ ਸਾਨੂੰ ਦਿੰਦੇ ਆ ਸਬਸਿਡੀ ਤੇ, ਉਹਨਾਂ ਲਈ ਟਰੈਕਟਰ ਵੀ ਵੱਡਾ ਚਾਹੀਦਾ। 50-60 ਹਾਰਸ ਪਾਵਰ ਤੋਂ ਵੱਡਾ ਟਰੈਕਟਰ ਇਹ ਮਸ਼ੀਨਰੀ ਨੂੰ ਖਿੱਚਦਾ, ਜਿਹੜੀ ਪਰਾਲੀ ਖੇਤਾਂ ਦੇ ਵਿੱਚ ਗਾਲਦੀ ਆ। ਉਹ 8-10 ਲੱਖ ਦਾ ਅਸੀਂ ਟਰੈਕਟਰ ਕਿੱਥੋਂ ਲਾਈਏ? ਇਹ ਵੱਡੀ ਜਿਹੜੀ ਇਹ ਗੱਲ ਆ ਵੀ ਇਹ ਮਸ਼ੀਨਰੀਆਂ ਦਾ ਕੋਈ ਫਾਇਦਾ ਨਹੀਂ ਹੈਗਾ। ਇਹ ਜਾਣ ਬੁੱਝ ਕੇ ਕੰਪਨੀਆਂ ਨੂੰ ਵੀ ਫਾਇਦਾ ਦਿਖਾਉਂਦੇ ਆ। ਅਸੀਂ ਇਹਨਾਂ ਨੂੰ ਕਿਹਾ ਸੀ ਸਾਨੂੰ 100 ਰੁਪਏ ਕੁਆਂਟਲ ਜਿਹੜਾ ਰੇਟ ਦੇ ਵਿੱਚ ਜੋੜ ਦੋ, ਅਸੀਂ ਆਪੇ ਕਿਰਾਏ ਤੇ ਵਿਖਾਈਏ, ਕਿਸੇ ਤੋਂ ਕਿਵੇਂ ਕਰਾਈਏ। 25-28 ਤੋਂ 30 ਕੁਆਂਟਲ ਝੋਨਾ ਨਿਕਲਦਾ, 3000 ਰੁਪਇਆ ਕਿੱਲੇ ਦਾ ਸਾਨੂੰ ਵਾਧੂ ਦੇ ਦਿਓ। ਅਸੀਂ ਗਰੰਟੀ ਕਰਦੇ ਹਾਂ ਪਹਿਲੇ ਸਾਲ ਸਾਨੂੰ ਪਹਿਲੇ 2 ਸਾਲ 100 ਦੇ ਦਿਓ, ਫਿਰ ਸਾਨੂੰ 70-80 ਰੁਪਏ 3 ਸਾਲਾਂ 'ਚ ਅਸੀਂ ਆਪਦਾ ਕੋਈ ਮਸ਼ੀਨਰੀ ਜਾਂ ਕੋਈ ਆਪਦੀ ਡਿਵੈਲਪ ਕਰ ਲਾਂਗੇ, ਬਣਾ ਲਵਾਂਗੇ। ਪਰ ਇਹ ਸਮਝੇ ਨਹੀਂ ਰਹੀਆਂ ਸਰਕਾਰਾਂ, ਇਹ ਜਾਣ ਬੁੱਝ ਕੇ ਸਾਡੇ ਤੇ ਲੋਹਾ। ਠੀਕ ਹੈ ਲੱਖੋਵਾਲ ਸਾਹਿਬ, ਤੁਸੀਂ ਬੜੇ ਅਹਿਮ ਸਵਾਲ ਉਠਾਏ। ਸਾਡੇ ਨਾਲ ਬੀਜੇਪੀ ਆਗੂ ਰਮਨ ਮਲਿਕ ਜੀ ਵੀ ਜੁੜੇ ਹੋਏ ਨੇ। ਰਮਨ ਜੀ, ਲੱਖੋਵਾਲ ਸਾਹਿਬ ਕਿਸਾਨਾਂ ਦੀ ਇਹ ਮਜਬੂਰੀ ਦੱਸ ਰਹੇ ਨੇ, ਸਿੱਧੇ ਤੌਰ ਤੇ ਡਾਇਰੈਕਟ ਸਬਸਿਡੀ ਦੀ ਮੰਗ ਕਰ ਰਹੇ ਨੇ। ਲਗਾਤਾਰ ਇਹ ਮੁੱਦਾ ਗਰਮਾਉਂਦਾ ਹੈ, ਪਰ ਜਦੋਂ ਵੀ ਪ੍ਰਦੂਸ਼ਣ ਦਾ ਮਸਲਾ ਹੁੰਦਾ ਤੇ ਇਹ ਕਹਿ ਦਿੱਤਾ ਜਾਂਦਾ ਹੈ ਸਿੱਧੇ ਤੌਰ ਤੇ ਕਿ ਕਿਸਾਨ ਜ਼ਿੰਮੇਵਾਰ ਨੇ। ਪਰ ਸੁਪਰੀਮ ਕੋਰਟ ਨੇ ਬਹੁਤ ਵੱਡੀ ਟਿੱਪਣੀ ਕੀਤੀ ਹੈ ਕਿ ਸਿਰਫ ਕਿਸਾਨ ਹੀ ਜ਼ਿੰਮੇਵਾਰ ਨਹੀਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਕਿੰਨਾ ਵੱਡਾ ਫੈਕਟਰ ਮੰਨਦੇ ਹੋ? ਪਰ ਜੋ ਲੱਖੋਵਾਲ ਸਾਹਿਬ ਮੰਗ ਕਰ ਰਹੇ ਨੇ ਕਿ ਸਿੱਧੀ ਉਹਨਾਂ ਨੂੰ ਸਬਸਿਡੀ ਦੇ ਦਿਓ, ਉਹਨਾਂ ਨੂੰ ਮੁਆਵਜ਼ਾ ਦੇ ਦਿਓ, ਤੇ ਉਹ ਕਿਸਾਨ ਕਹਿੰਦੇ ਨੇ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ। सर आपके सामने है आज जो रेट केंद्र और प्रदेशों की सरकार ने डीजल के कम करे, जिस अनुपात में डीजल के रेट कम हुए, क्या उसी अनुपात में भाड़ा कम हो गया? क्या उस अनुपात में महंगाई कम हो गई? वो इसलिए नहीं हुई कि कोई भी अपना लालच नहीं छोड़ता है, ये एक सत्य बात है। अब मेरा कहना इतना है कि स्टेट गवर्नमेंट का, एक स्टेट गवर्नमेंट का, आप दिल्ली, यूपी, पंजाब और हरियाणा, चारों स्टेट गवर्नमेंट के लिए 10 मानक बना लो कि जी ये 10 मानक पे हम टेस्ट करेंगे कि कौन सी सरकार प्रदूषण के लिए काम कर रही है। और आप अपनी चैनल पे 2 दिन में 4 दिन में आप इशू कर दो, आपको खुद पता लग जाएगा हरियाणा क्या कर रहा है, पंजाब क्या कर रहा है, दिल्ली क्या कर रहा है। ਰਮਨ ਜੀ, ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਝਾੜ ਵੀ ਪਾਈ ਹੈ ਕੇਂਦਰ ਸਣੇ ਸੂਬਾ ਸਰਕਾਰਾਂ ਨੂੰ ਕਿ ਸਰਕਾਰਾਂ ਦੱਸਣ ਕਿ ਹੁਣ ਤੱਕ ਕਦਮ ਕਿਹੜੇ ਚੁੱਕੇ ਗਏ ਨੇ ਇਸ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ। ਪਲਾਨ ਕੀ ਹੈ ਸਰਕਾਰਾਂ ਦੇ ਕੋਲ? ਹੁਣ ਤੱਕ ਪ੍ਰਦੂਸ਼ਣ ਖਤਮ ਕਿਉਂ ਨਹੀਂ ਹੋਇਆ? आपसे बात करना चाह रहा हूँ, मैं आपसे वही बात करना चाह रहा हूँ। सुप्रीम कोर्ट की एक सैंक्टिटी है, उसको मैं सवाल नहीं खड़ा करूंगा, लेकिन मैं आज ये सवाल पूछने के लिए मजबूर हूं कि सुप्रीम कोर्ट के जब ब्रदर जजेस प्रेस वार्ता करते हैं तब तक ठीक, उसके बाद जब रंजन गोगोई साहब फैसला देते हैं राम मंदिर पे और दूसरे विषयों पे, तो उनकी इम्पीचमेंट के लिए बार बार बोला जाता है। रफाल का जो सौदा था उसके ऊपर जो सुप्रीम कोर्ट ने जजमेंट दी, उसके लिए संजय सिंह जैसे लोग सड़कों पे आके बोलते हैं कि जी वो कोर्ट बिका हुआ था, नायब तहसीलदार बेटर एक दे देगा जजमेंट। तो मैं आज ये पूछना चाहता हूँ कि ये जो दोगलापन है
और नहीं ऐसा पर नहीं रमन है जी मेरा सिद्धा जिहा सवाल है कि ਤੁਸੀਂ ਜੋ ਸੁਪਰੀਮ ਕੋਰਟ ਨੂੰ ਟਿੱਪਣੀਆਂ ਕੀਤੀਆਂ ਗਈਆਂ ਨੇ ਜੋ ਫੈਕਟਰ ਦੱਸੇ ਗਏ ਨੇ ਉਸ ਦੇ ਨਾਲ ਸਹਿਮਤ ਨਹੀਂ ਹੋ ਤੁਹਾਨੂੰ ਇਤਰਾਜ਼ ਹੈ ਉਸ ਤੇ मेरे को इतराज ये है कि जहां तक PM 2.5 और PM 10 का विषय है, तो दिल्ली की प्रदूषण में सबसे ज्यादा भागीदारी कंस्ट्रक्शन और गाड़ियों के पोल्यूशन की है, नंबर 1। नंबर 2, वो बोलते हैं पराली जलाने से। ਸੁਪਰੀਮ ਕੋਰਟ ਨੂੰ ਇਹੀ ਤਾਂ ਕਿਹਾ ਜਾ ਰਿਹਾ ਕਿ ਸਿਰਫ ਕਿਸਾਨੀ ਫੈਕਟਰ ਨਹੀਂ ਹੈ, ਜਿਹੜਾ ਉਦਯੋਗਾਂ ਦਾ ਪ੍ਰਦੂਸ਼ਣ ਹੈ, ਵਾਹਨਾਂ ਦਾ ਪ੍ਰਦੂਸ਼ਣ ਹੈ, ਉਹ ਵੀ ਇਸ ਪ੍ਰਦੂਸ਼ਣ ਦੀ ਵਜ੍ਹਾ ਬਣ ਰਿਹਾ ਹੈ। बिल्कुल ठीक बात, लेकिन एक इम्पोर्टेंट फैक्टर पराली भी है। पराली से एथेनॉल बनाने के लिए हरियाणा ने काम शुरू कर दिया, हरियाणा ने उससे खाद बनाने का भी काम शुरू कर दिया, हरियाणा के केसेस भी रिड्यूस हो गए। पिक्चर जो नासा की पिक्चरें आती थी जिसमें लाल स्पॉट्स लगे होते थे कि यहाँ पे जल रही है, यहाँ पे जल रही है, वो भी आते हुए देख लीजिए। तो पाकिस्तानी पंजाब, हिंदुस्तान का पंजाब, यूपी का कुछ हिस्सा और हरियाणा का कुछ थोड़ा सा हिस्सा, इसके अलावा कहीं पे आपको नहीं दिख रहा। तो उसका वजह क्या है? उसकी वजह ये है कि हमने अवेयरनेस करी है यहाँ पे। अब मेन बात ये आती है कि वो लोग जो दूसरे, चाहे वो पंजाब पराली के लिए हो, नहीं रमन जी ਤੁਹਾਡਾ ਕੀ ਕਹਿਣਾ ਵੀ ਹਰਿਆਣਾ ਸਰਕਾਰ ਨੇ ਕਦਮ ਚੁੱਕੇ ਨੇ, ਪੰਜਾਬ ਸਰਕਾਰ ਨੇ ਜਾਂ ਦਿੱਲੀ ਸਰਕਾਰ ने कदम नहीं चुके? मैं तो आज आपके चैनल पे खुला बोल रहा हूँ, आप 10 मानक बना लीजिए चारों सरकारों के, और उन मानकों पे चारों सरकारों को टेस्ट कर लीजिए, मानक सेम होने चाहिए। ठीक है रमन जी ठीक है, बने रहो ਸਾਡੇ ਨਾਲ ਕਿਸਾਨ ਆਗੂ ਹਰਿੰਦਰ ਲੱਖੋਵਾਲ ਜੁੜੇ ਹੋਏ ਨੇ। ਲੱਖੋਵਾਲ ਸਾਹਿਬ, ਟਿੱਪਣੀਆਂ ਬਹੁਤ ਗੰਭੀਰ ਨੇ। ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਐਮਰਜੈਂਸੀ ਵਰਗੇ ਹਾਲਾਤ ਨੇ, ਹਾਲਾਂਕਿ ਕਿਸਾਨ ਆਪਣੀ ਮਜਬੂਰੀ ਦੱਸ ਰਹੇ। ਸੁਪਰੀਮ ਕੋਰਟ ਨੇ ਵੀ ਇਹ ਕਿਹਾ ਹੈ ਕਿ ਸਿਰਫ ਕਿਸਾਨ ਹੀ ਇਸ ਦੇ ਲਈ ਜ਼ਿੰਮੇਵਾਰ ਨਹੀਂ ਨੇ। ਤੁਹਾਨੂੰ ਕੀ ਲੱਗਦਾ ਹੈ ਲੱਖੋਵਾਲ ਸਾਹਿਬ ਕਿ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਪੱਧਰ ਤੇ ਕੋਈ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ, ਜਾਂ ਕਿਸਾਨ ਝੋਨੇ ਨੂੰ ਪਰਾਲੀ ਅੱਗ ਨਾ ਲਗਾਉਣ ਸਰਕਾਰਾਂ ਦੇ ਵੱਲੋਂ ਉਸ ਨੂੰ ਲੈ ਕੇ ਕੋਈ ਸਾਰ ਲਈ ਗਈ ਹੈ ਤੁਹਾਨੂੰ, ਜਾਂ ਇਸ ਦੇ ਪਿੱਛੇ ਕੀ ਬਦਲ ਨਜ਼ਰ ਆਉਂਦਾ? ਜਿਵੇਂ ਕਿ ਰਮਨ ਮਲਿਕ ਜੀ ਕਹਿ ਰਹੇ ਨੇ ਕਿ 10 ਮਾਨਕ ਬਣਾ ਲਏ ਜਾਣ ਸਾਰੀਆਂ ਸਰਕਾਰਾਂ ਵੱਲੋਂ ਮਿਲ ਕੇ। ਮੈਂ ਪਹਿਲਾਂ ਰਮਨ ਮਲਿਕ ਜੀ ਦਾ ਗੱਲ ਦਾ ਜਵਾਬ ਦੇ ਦੂੰ। ਇਹ ਕਹਿੰਦੇ ਜੀ ਅਸੀਂ 10 ਰੁਪਏ ਰੇਟ ਡੀਜ਼ਲ ਪੈਟਰੋਲ ਦਾ ਘਟਾਤਾ, ਵਧਾਇਆ 28 ਰੁਪਏ ਸੀ ਤੇ ਘਟਾਇਆ 10 ਰੁਪਏ ਆ। ਵਧਾਇਆ ਵੀ ਇਹਨਾਂ ਨੇ ਸੀ, ਉਦੋਂ ਨਹੀਂ ਸੀ ਦਿਸਦਾ ਜਦ ਰੇਟ ਵਧਾ ਰਹੇ ਸੀ। 28 ਰੁਪਏ ਵਧਿਆ, 28 ਰੁਪਏ ਵਧਾ ਦੋ ਤੇ 10 ਰੁਪਏ ਘਟਾ ਦੋ, ਕਿੱਧਰ ਲਾਏ? ਠੀਕ ਗੱਲ ਆ, ਪੂਰੇ ਪੈਸੇ ਜਾਂਦਾ ਘਟਾਓ ਜੀ। ਕਿੰਨਾ ਰੌਲਾ ਇਹ ਪਾਉਂਦੇ ਹੁੰਦੇ ਸੀ ਜਦ ਇਹਨਾਂ ਦੀ ਸਰਕਾਰ ਸੀਗੀ, ਜਦ 1 ਰੁਪਈਆ ਵੱਧਦਾ ਹੁੰਦਾ ਸੀ, 2 ਰੁਪਏ ਵੱਧਦੇ ਹੁੰਦੇ ਸੀ, ਹੁਣ 28 रुपए ਵਧੇ। मैं आपकी बात का जवाब दे रहा हूँ, आपकी जवाब दे रहा हूँ। रमन जी ਤੁਹਾਡੇ ਕੋਲ ਆਉਂਦਾ ਮੈਂ, ਠੀਕ ਹੈ ਲੱਖੋਵਾਲ ਸਾਹਿਬ, मैं बोलिया नहीं मलिक जी, मैं बोलिया नहीं छोटी गल करनी है तो करो। ठीक है रमन जी, ਸਾਡਾ ਪੈਟਰੋਲ ਡੀਜ਼ਲ ਮੁੱਦਾ ਨਹੀਂ ਹੈ, ਠੀਕ ਹੈ ਲੱਖੋਵਾਲ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ, ਮੈਂ ਤੁਹਾਡਾ ਪ੍ਰਤੀਕਰਮ ਲੈਣਾ। ਮੈਂ ਉਹਨਾਂ ਉਹੀ ਮੁੱਦੇ ਤੇ ਆਉਣਾ। ਇਹ ਤਾਂ ਇਹਨਾਂ ਦੀ ਗੱਲ ਦਾ ਜਵਾਬ ਸੀ, ਇਹਨਾਂ ਨੇ ਸ਼ੁਰੂ ਕੀਤੀ ਸੀ, ਮੈਂ ਤਾਂ ਪੈਟਰੋਲ ਡੀਜ਼ਲ ਤੇ ਗਿਆ ਨਹੀਂ ਸੀ ਜੀ। ਤੇ ਦੂਸਰੀ ਗੱਲ ਜਿਹੜੀ ਹੈਗੀ ਆ ਪਰਾਲੀ ਦੀ, ਇਹਨਾਂ ਦੇ ਕੋਲ ਇੱਥੇ ਇੰਡਸਟਰੀ ਨਹੀਂ ਲਾਈ, ਕਿੰਨੇ ਸਾਲ ਦੇ ਕਹਿ ਰਹੇ ਆ ਐਜ਼ ਏ ਫਿਊਲ ਬੜਾ ਵਧੀਆ ਇਹ ਵਰਤਿਆ ਜਾ ਸਕਦਾ। ਇਹਦੇ ਨਾਲ ਹੋਰ ਪ੍ਰੋਡਕਟ, ਗੱਤਾ, ਇਥੋਨੋਲ, ਹੋਰ ਚੀਜ਼ਾਂ ਇਹ ਤੋਂ ਬਣ ਸਕਦੀਆਂ ਜੀ। ਇਹ ਸੈਂਟਰ ਜਾਂ ਸਰਕਾਰਾਂ ਨੇ ਕੋਈ ਇਹਦੇ ਤੇ ਕੰਮ ਨਹੀਂ ਕੀਤਾ। ਜਦ ਇਹ ਮੌਕੇ ਤੇ ਕੰਮ ਆਉਂਦਾ ਪਰਾਲੀ ਦਾ, ਉਦੋਂ ਇਹ ਕਹਿ ਦਿੰਦੇ ਆ ਜੀ ਅਸੀਂ ਕੇਸ ਦਰਜ ਕਰਾਂਗੇ, ਇਹ ਕਰਾਂਗੇ, ਤੰਗ ਕਰਨ ਲੱਗ ਜਾਂਦੇ ਆ। ਫਿਰ ਮੈਂ ਦੱਸ ਦਵਾਂ ਵੀ ਜਿਹੜੀ ਝੋਨੇ ਦੀ ਪਰਾਲੀ ਦੀ ਵੀ ਗੱਲ ਆ, ਸਿਰਫ 15 ਤੋਂ 20 ਦਿਨ ਦਾ ਹੀ ਮਸਲਾ ਹੁੰਦਾ ਸਾਡਾ ਪੋਲਿਊਸ਼ਨ ਦਾ। ਠੀਕ ਹੈ ਲੱਖੋਵਾਲ ਸਾਹਿਬ, ਥੋੜੇ ਸ਼ਬਦਾਂ ਦੇ ਵਿੱਚ ਰਮਨ ਜੀ ਪ੍ਰਤੀਕਰਮ ਦੱਸ ਦਿਓ ਕਿ ਕੀ ਕੇਂਦਰ ਸਰਕਾਰ ਦਾ ਕੋਈ ਫਰਜ਼ ਨਹੀਂ ਬਣਦਾ ਸੂਬਾ ਸਰਕਾਰ ਦੇ ਨਾਲ? ਕੀ ਕੇਂਦਰ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਿਹੜੇ ਲੱਖੋਵਾਲ ਸਾਹਿਬ ਕਹਿ ਰਹੇ ਨੇ ਕਿ ਉਸ ਨੂੰ ਲੈ ਕੇ ਜਿਹੜੇ ਬਦਲ ਹੋਣੇ ਚਾਹੀਦੇ ਸੀ ਉਹ ਕੁਝ ਕੀਤਾ ਗਿਆ? देखिए, जिस प्रकार से केंद्र सरकार ने जहाँ पे भी